ਹੈਲੋ ਸਟੂਡੈਂਟ, ਅੱਜ ਆਪਾਂ ਪੰਜਾਬ ਦੇ ਲੋਕ ਗੀਤਾਂ ਬਾਰੇ ਪੜ੍ਹਾਂਗੇ। ਪੰਜਾਬ ਦੇ ਲੋਕ ਗੀਤ ਤੇਜਿੰਦਰ ਕੌਰ ਦਾ ਲਿਖਿਆ ਹੋਇਆ ਹੈ। ਇਸ ਵਿੱਚ ਉਹਨਾਂ ਨੇ ਲੋਕ ਗੀਤਾਂ ਦੀ ਮਹੱਤਤਾ ਬਾਰੇ ਦੱਸਿਆ ਹੈ। ਲੋਕ ਗੀਤ ਕੀ ਹੁੰਦੇ ਹਨ? ਲੋਕ ਗੀਤ ਲੋਕਾਂ ਦੇ ਦਿਲਾਂ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ। ਇਹ ਆਮ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ। ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਇੱਕ ਵਾਸੀ ਲੋਕ ਗੀਤਾਂ ਵਿੱਚ ਜਨਮ ਲੈਂਦਾ ਹੈ, ਗੀਤਾਂ ਵਿੱਚ ਜਵਾਨ ਹੁੰਦਾ ਹੈ ਅਤੇ ਗੀਤਾਂ ਵਿੱਚ ਹੀ ਜੀਵਨ ਗੁਜ਼ਾਰਦਾ ਹੈ ਅਤੇ ਇਸੇ ਤਰ੍ਹਾਂ ਉਹ ਮਰ ਜਾਂਦਾ ਹੈ। ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਝਾਕੀ ਲੋਕ ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ ਰੂਪ ਵਿੱਚ ਆਪਣਾ ਪ੍ਰਗਟਾ ਨਹੀਂ ਲੱਭ ਸਕਦੀ। ਲੋਕ ਸੱਭਿਆਚਾਰ ਨਾਲ ਇਸ ਨੇੜਲੀ ਸਾਂਝ ਸਦਕਾ ਹੀ ਲੋਕ ਗੀਤਾਂ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਰਸਮਾਂ ਰਲੀਆਂ ਮਿਲੀਆਂ ਹਨ। ਇਹਨਾਂ ਲੋਕ ਗੀਤਾਂ ਦੀ ਸਿਰਜਣਾ ਪਿੱਛੇ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਪ੍ਰਭਾਵ ਮਹਿਸੂਸ ਕਰਦੇ ਹਨ ਅਤੇ ਵਿਹਾਰ ਹੈ ਜਿਹੜੇ ਕਾਰਜਸ਼ੀਲ ਹੁੰਦੇ ਹਨ, ਇਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ, ਸਾਧ ਮੁਰਾਦੇ, ਨਿਰਛਲ ਲੋਕਾਂ ਦੇ ਸੁੱਤੇ ਸਿੱਧ ਪ੍ਰਗਟਾਵੇ ਹਨ। ਇਹਨਾਂ ਵਿੱਚੋਂ ਕੁਝ ਕੁ ਅਜਿਹੇ ਹਨ ਜਿਵੇਂ ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ, ਨਾ ਮੈਂ ਬੈਠੀ ਸਾਂ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨੇਰੇ, ਗੀਤ ਅਗੰਮੀ ਨਿਕਲੋ ਅੰਦਰੋਂ, ਵਸ ਨਹੀਂ ਕੁਝ ਮੇਰੇ, ਮੇਲੇ ਨੱਚ ਲੈਣੀ ਦੇ ਕੇ ਸ਼ੌਂਕ ਦੇ ਗੇੜੇ। ਲੋਕ ਗੀਤ ਮਨੁੱਖੀ ਸਿਰਜਣ ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਪ੍ਰਗਟਾਅ ਹਨ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਜਿਵੇਂ ਮਾਝੇ, ਮਾਲਵੇ, ਪੁਆਧੇ, ਪੋਠੋਹਾਰੇ ਅਤੇ ਪਹਾੜੀ ਇਲਾਕਿਆਂ ਵਿੱਚ ਬਹੁ ਗਿਣਤੀ ਵਿੱਚ ਲੋਕ ਗੀਤ ਮਿਲਦੇ ਹਨ। ਇਹਨਾਂ ਖਿੱਤਿਆਂ ਵਿੱਚ ਵੱਖੋ ਵੱਖ ਸਥਾਨਕ ਅਤੇ ਰਾਂਗਲੀ ਤਸਵੀਰ ਦੇ ਬਾਵਜੂਦ ਵੀ ਇਹਨਾਂ ਲੋਕ ਗੀਤਾਂ ਵਿੱਚ ਇੱਕੋ ਸੁਭਾਅ ਅਤੇ ਤਾਸੀਰ ਮਿਲਦੀ ਹੈ। ਭਾਵ ਸਮੁੱਚੇ ਰੂਪ ਵਿੱਚ ਇਹਨਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਹੀ ਤਸਵੀਰ ਮਿਲਦੀ ਹੈ। ਗੀਤ ਦਾ ਨਿਤਾਰਾ ਤਾਂ ਗਾਉਣ ਨਾਲ ਹੀ ਹੁੰਦਾ ਹੈ। ਲੈਅ ਅਤੇ ਰਸ ਗੀਤ ਦੀ ਮੁੱਢਲੀ ਸ਼ਰਤ ਹਨ। ਇਸੇ ਲਈ ਇਹ ਲੈਅ ਅਤੇ ਰਸ ਵਿੱਚ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਛੱਡ ਦਿੰਦੇ ਹਨ। ਇਹਨਾਂ ਲੋਕ ਗੀਤਾਂ ਦਾ ਘੇਰਾ ਬੜਾ ਵਿਸ਼ਾਲ ਹੈ। ਵਿਸ਼ੇ ਪੱਖੋਂ ਜਿੱਥੇ ਵੰਨ ਸੁਵੰਨਤਾ ਹੈ, ਉੱਥੇ ਲੋਕ ਗੀਤਾਂ ਦੇ ਕਈ ਰੂਪ ਹਨ ਜਿਵੇਂ ਲੋਰੀਆਂ, ਸੁਹਾਗ, ਘੋੜੀਆਂ, ਛੰਦਾਂ, ਦੋਹਾ, ਮਾਹੀਆ ਆਦਿ। ਗੀਤਾਂ ਦੀ ਵੰਨ ਸੁਵੰਨਤਾ ਦਾ ਸੰਬੰਧ ਜੰਮਣ ਮਰਨ, ਖੁਸ਼ੀ ਅਤੇ ਗਮੀ ਦੇ ਮੌਕਿਆਂ, ਰਸਮਾਂ ਅਤੇ ਰੀਤਾਂ ਦੇ ਸੁਰਮਗਤੀ ਅਤੇ ਗੀਤਾਂ ਨਾਲ ਹੈ। ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ਬੱਚੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੇ ਹਨ। ਮਾਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਹੋਈ ਬੱਚੇ ਨੂੰ ਸੁਆਉਣ ਦੀ ਕੋਸ਼ਿਸ਼ ਕਰਦੀ ਹੈ। ਕਿਸ ਤਰ੍ਹਾਂ ਕੋਸ਼ਿਸ਼ ਕਰਦੀ ਹੈ? ਜੰਗਲ ਸੁੱਤੇ, ਪਰਬਤ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਆ, ਊ ਊ ਊ। ਜਦੋਂ ਬੱਚੇ ਵੱਡੇ ਹੋ ਕੇ ਕਿੱਕਲੀ, ਕੌੜਾ ਛਪਾਕੀ, ਗੁੱਲੀ ਡੰਡਾ, ਖਿੱਦੋ ਖੂੰਡੀ ਅਤੇ ਲੁਕਣ ਮੀਟੀ ਆਦਿ ਖੇਡਾਂ ਖੇਡਦੇ ਹਨ ਤਾਂ ਗੀਤ ਗਾਉਂਦੇ ਹਨ। ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਮੁਟਿਆਰ ਹੋ ਰਹੀਆਂ ਕੁੜੀਆਂ ਤ੍ਰਿੰਝਣ ਵਿੱਚ ਪੀਂਘਾਂ ਝੂਟਦੀਆਂ ਹਨ, ਗੀਤ ਗਾਉਂਦੀਆਂ ਹਨ। ਕਿਸ ਤਰ੍ਹਾਂ ਗੀਤ ਗਾਉਂਦੀਆਂ ਹਨ? ਵੀਰਾ ਜਦ ਰਲ ਮਿਲ ਆਓ ਸਖੀਓ ਨੀ, ਸਭੇ ਧੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ, ਪੀਂਘਾਂ ਪਿਪਲੀ ਜਾ ਕੇ ਪਾਈਏ। ਖੇਡਾਂ ਖੇਡਦੇ ਇਹ ਗੱਭਰੂ ਅਤੇ ਮੁਟਿਆਰ ਵਿਆਹਣ ਜੋਗੇ ਹੋ ਜਾਂਦੇ ਹਨ। ਵਿਆਹਾਂ ਸੰਬੰਧੀ ਸ਼ਗਨਾਂ ਦੇ ਨਾਲ ਕੁੜੀ ਦੇ ਘਰ ਸੁਹਾਗ ਅਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ੁਰੂ ਹੋ ਜਾਂਦੇ ਹਨ। ਮੁੰਡੇ ਦੇ ਘਰ ਦੀਆਂ ਨੂੰਹਾਂ ਧੀਆਂ, ਵੱਡੀਆਂ ਬੁੱਢੀਆਂ ਸਭ ਗਿੱਧਾ ਪਾਉਂਦੀਆਂ ਹਨ। ਕਿਸ ਤਰ੍ਹਾਂ ਪਾਉਂਦੀਆਂ ਹਨ? ਵੀਰਾ ਜਦ ਤੂੰ ਚੜ੍ਹਿਆ ਖਾਰੇ ਵੇ, ਤੇਰਾ ਬਾਪ ਰੁਪਈਆ ਵਾਰੇ ਵੇ, ਲਟਕੇਂਦੇ ਵਾਲ ਸੋਨੇ ਦੇ, ਤੇਰੀ ਸਦਕੇ ਜਾਂਦੀ ਮਾਂ। ਦੂਜੇ ਪਾਸੇ ਕੁੜੀ ਦੇ ਘਰ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਹਨ। ਬਾਬਲ ਮੇਰਾ ਇੱਕ ਕਹਿਣਾ ਕੀਜੀਏ,
मैनू राम रतन वर दीजिए, जाइए लै आंदे वर टोल के, जो रंग कसुंबड़ा कोल के। ਜਦੋਂ ਕੁੜੀ ਨੂੰ ਤੋਰਨ ਦਾ ਸਮਾਂ ਆਉਂਦਾ ਹੈ ਤਾਂ ਮਾਂ-ਬਾਪ, ਭੈਣ ਭਰਾ, ਸਹੇਲੀਆਂ, ਘਰ-ਬਾਰ ਤੋਂ ਵਿਛੋੜੇ ਦਾ ਸਮਾਂ ਕੁੜੀ ਲਈ ਬੜਾ ਹੀ ਔਖਾ ਹੁੰਦਾ ਹੈ। ਉਸ ਸਮੇਂ ਇਹ ਗੀਤ ਗਾਇਆ ਜਾਂਦਾ ਹੈ। ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਮਾਰ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ, ਇੱਟ ਇੱਟ ਪੁਟਾ ਦੇ ਵੇ, ਧੀਏ ਕਰ ਜਾ ਆਪਣੇ। ਇਸ ਤਰ੍ਹਾਂ ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਕੁੜੀ ਦਾ ਵਾਸਤਾ ਨਨਾਣ, ਦਿਓਰ, ਜੇਠ, ਜਠਾਣੀ ਆਦਿ ਨਾਲ ਹੁੰਦਾ ਹੈ। ਸੱਸ ਦੀਆਂ ਸਖਤੀਆਂ ਤੋਂ ਉਹ ਤੰਗ ਆ ਜਾਂਦੀ ਹੈ। ਜਿਵੇਂ ਉਹ ਕਹਿੰਦੀ ਹੈ, ਕੁਕੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਏ, ਸਹੁਰੇ ਨਹੀਂ ਜਾਣਾ, ਸੱਸ ਬੁੜਬੁੜ ਕਰਦੀ ਹੈ, ਮੇਰਾ ਦਿਓਰ ਬੜਾ ਟੁੱਟ ਪੈਣਾ, ਹੱਸਦੀ ਦੇ ਦੰਦ ਗਿਣਦਾ। ਇਸ ਤਰ੍ਹਾਂ ਬਹੁਤ ਸਾਰੀਆਂ ਬੋਲੀਆਂ ਹਨ ਜਿਹੜੀਆਂ ਲੋਕ ਗੀਤਾਂ ਨਾਲ ਸੰਬੰਧਿਤ ਹਨ। ਸਹੁਰੇ ਘਰ ਵਿੱਚ ਸਾਰੇ ਰਿਸ਼ਤਿਆਂ ਦਾ ਖੱਟਾ ਮਿੱਠਾ ਆਨੰਦ ਮਾਣਦੇ ਹੋਏ ਨੂੰਹ ਦੀ ਜ਼ਿੰਦਗੀ ਆਪਣੀ ਤੋਰੇ ਤੁਰਦੀ ਹੈ ਤੇ ਕਦੇ ਨੌਕਰੀ ਲਈ ਪਰਦੇਸ ਗਏ ਪਤੀ ਦਾ ਵਿਛੋੜਾ ਚਲਦੀ ਹੋਈ ਗਾਉਂਦੀ ਹੈ। ਜਦੋਂ ਮਾਈ ਚੱਲਿਆ ਮੈਂ ਖੜੀ ਸਾਂ ਖੂਹ ਤੇ, ਮੋਟੇ ਮੋਟੇ ਹੰਝੂ ਡਿੱਗੇ ਗੋਰੇ ਗੋਰੇ ਮੂੰਹ ਤੇ। ਕਦੇ ਸਹੁਰੇ ਘਰ ਬੈਠ ਕੇ ਆਪਣੇ ਵੀਰ ਨੂੰ ਉਡੀਕਦੀ ਹੈ ਤੇ ਗਾਉਂਦੀ ਹੈ, ਉੱਡਦਾ ਵੇ ਜਾਵੀਂ ਕਾਵਾਂ, ਬੈਂਦੜਾ ਜਾਵੀਂ, ਬੈਂਦੜਾ ਜਾਵੀਂ ਮੇਰੇ ਪੇਕੜੇ ਮੈਂ ਵਾਰੀ, ਦੱਸੀ ਵੇ ਕਾਵਾਂ ਦੱਸੀ ਵੀਰ ਮੇਰੇ ਨੂੰ, ਆਊਗਾ ਨੀਲਾ ਘੋੜਾ ਬੀੜ ਕੇ ਮੈਂ ਵਾਰੀ। ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀ ਰਹਿਣੀ ਬਹਿਣੀ ਦੀ ਝਲਕ ਦਿਸਦੀ ਹੈ। ਅਜੋਕੇ ਸਮੇਂ ਦੀ ਭੱਜ ਦੌੜ ਅਤੇ ਤਕਨਾਲੋਜੀ ਦੇ ਪ੍ਰਭਾਵ ਨਾਲ ਸਾਡੇ ਜੀਵਨ ਵਿੱਚ ਇਹ ਲੋਕ ਗੀਤ ਘੱਟ ਗਏ ਹਨ। ਅੱਜ ਤਿੱਥਾਂ ਤਿਉਹਾਰਾਂ ਤੇ ਵਿਆਹ ਸ਼ਾਦੀਆਂ ਤੇ ਫਿਲਮੀ ਗਾਣਿਆਂ ਨੇ ਥਾਂ ਲੈ ਲਈ ਹੈ, ਪਰ ਸਾਨੂੰ ਲੋਕ ਗੀਤਾਂ ਦੀ ਵੱਡਮੁੱਲੀ ਤੇ ਅਮੀਰ ਵਿਰਾਸਤ ਨੂੰ ਅਸਲੀ ਰੂਪ ਵਿੱਚ ਸੰਭਾਲ ਕੇ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ। ਇਸ ਤਰ੍ਹਾਂ ਇਸ ਪਾਠ ਵਿੱਚ ਕਵੀ ਨੇ ਕੀ ਦੱਸਿਆ ਹੈ ਕਿ ਪੰਜਾਬ ਦੇ ਜਿਹੜੇ ਲੋਕ ਗੀਤ ਹੈ, ਲੋਕਾਂ ਦੇ ਜੀਵਨ ਵਿੱਚ ਇਹਨਾਂ ਲੋਕ ਗੀਤਾਂ ਦੀ ਮਿਸਰੀ ਘੋਲੀ ਹੋਈ ਹੈ। ਪੰਜਾਬੀ ਜੰਮਦਾ, ਜਿਉਂਦਾ ਤੇ ਮਰਦਾ ਵੀ ਗੀਤਾਂ ਵਿੱਚ ਹੀ ਹੈ। ਹਰ ਉਮਰ, ਦਿਨ, ਤਿਉਹਾਰ ਅਤੇ ਮੌਕੇ ਲਈ ਪੰਜਾਬੀ ਲੋਕ ਗੀਤਾਂ ਦੀ ਭਰਮਾਰ ਹੈ। ਇਸ ਲੇਖ ਰਾਹੀਂ ਰਚਨਾਕਾਰ ਨੇ ਲੋਕ ਗੀਤਾਂ ਦੀ ਵੱਡਮੁੱਲੀ ਵਿਰਾਸਤ ਨੂੰ ਸਾਂਭਣ ਦੀ ਤਾਕੀਦ ਕੀਤੀ ਹੈ। ਅੱਗੇ ਆ ਗਿਆ ਬੱਚੇ ਪ੍ਰਸ਼ਨ ਉੱਤਰ। ਲੋਕ ਗੀਤ ਕਿਸ ਨੂੰ ਆਖਦੇ ਹਨ? ਲੋਕ ਗੀਤ ਉਹ ਹੁੰਦੇ ਹਨ ਜੋ ਲੋਕਾਂ ਦੇ ਦਿਲਾਂ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ, ਉਹਨਾਂ ਨੂੰ ਲੋਕ ਗੀਤ ਕਹਿੰਦੇ ਹਨ। ਲੋਕ ਗੀਤਾਂ ਦੀ ਸੱਭਿਆਚਾਰਕ ਨਾਲ ਕੀ ਸਾਂਝ ਹੈ? ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਝਾਕੀ ਲੋਕ ਗੀਤਾਂ 'ਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ ਰੂਪ ਵਿੱਚ ਆਪਣਾ ਪ੍ਰਗਟਾਅ ਨਹੀਂ ਲੱਭ ਸਕਦੀ। ਲੋਕ ਸੱਭਿਆਚਾਰ ਨਾਲ ਅਜਿਹੀ ਨੇੜਲੀ ਸਾਂਝ ਕਾਰਨ ਹੀ ਲੋਕ ਗੀਤਾਂ ਵਿੱਚ ਸੱਭਿਆਚਾਰ, ਕਦਰਾਂ ਕੀਮਤਾਂ ਤੇ ਰਸਮਾਂ ਰਲਗੱਡ ਹਨ। ਪੰਜਾਬ ਦੇ ਲੋਕ ਗੀਤ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲਦੇ ਹਨ? ਪੰਜਾਬ ਦੇ ਲੋਕ ਗੀਤ ਪੰਜਾਬ ਦੇ ਵੱਖ-ਵੱਖ ਖੇਤਰ ਜਿਵੇਂ ਮਾਝੇ, ਮਾਲਵੇ, ਦੁਆਬੇ, ਪੁਆਧੇ, ਪੋਠੋਹਾਰ ਅਤੇ ਪਹਾੜੀ ਇਲਾਕਿਆਂ ਵਿੱਚ ਬਹੁਤ ਗਿਣਤੀ ਵਿੱਚ ਮਿਲਦੇ ਹਨ। ਲੋਕ ਗੀਤਾਂ ਦੇ ਕਿਹੜੇ-ਕਿਹੜੇ ਰੂਪ ਹਨ? ਲੋਕ ਗੀਤਾਂ ਦੇ ਕਈ ਵੱਖ-ਵੱਖ ਰੂਪ ਹਨ, ਜਿਵੇਂ ਲੋਰੀਆਂ, ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ, ਬੋਲੀ, ਮਾਈਆ, ਢੋਲਾ, ਆਲੂਣੀ, ਵੈਣ, ਚੰਦ ਪਰਾਗਾ, ਥਾਲ ਅਤੇ ਕਿੱਕਲੀ ਆਦਿ। ਇਸ ਲੇਖ ਵਿੱਚ ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ? ਕਿੱਕਲੀ, ਕੋਰੜਾ ਛਪਾਕੀ, ਗੁੱਲੀ ਡੰਡਾ, ਖਿੱਦੋ ਖੂੰਡੀ ਤੇ ਲੁਕਣ ਮਿੱਟੀ। ਮੁਟਿਆਰਾਂ ਕਿਹੋ ਜਿਹੇ ਗੀਤ ਗਾਉਂਦੀਆਂ ਹਨ ਤੇ ਕਿਸ ਤਰ੍ਹਾਂ ਜੀਵਨ ਜਿਉਂਦੀਆਂ ਹਨ? ਮੁਟਿਆਰ ਹੋ ਰਹੀਆਂ ਕੁੜੀਆਂ ਦੇ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਗੀਤ ਸ਼ੁਰੂ ਹੋ ਜਾਂਦੇ ਹਨ। ਉਹ ਤ੍ਰਿੰਝਣ ਵਿੱਚ ਪੀਂਘਾਂ ਝੂਟਦੀਆਂ, ਮੌਸਮੀ ਤਿਉਹਾਰ ਮਨਾਉਂਦੀਆਂ ਗੀਤ ਗਾਉਂਦੀਆਂ ਹਨ। ਰਲ ਆਓ ਸਖੀਏ ਨੀ, ਸੱਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਣ ਨੀ, ਪੀਂਘਾਂ ਪਿਪਲੀ ਜਾ ਕੇ ਪਾਈਏ। ਹੁੱਲੇ ਨੀ ਮਾਏ ਹੁੱਲੇ, ਦੋ ਬੇਰੀ ਪੱਤਰ ਝੁੱਲੇ, ਦੋ ਝੁੱਲ ਪਿਆ ਖਜੂਰਾ, ਇਸ ਮੁੰਡੇ ਦਾ ਕਰੋ ਮੰਗੇਵਾ। ਮੁੰਡੇ ਦੀ ਵਹੁਟੀ ਨਿਕੜੀ, ਕਿਉਂ ਖਾਂਦੀ ਚੂਰੀ ਕੁੜਦੀ, ਕੁੱਟ ਕੁੱਟ ਚੂਰੀ ਭਰਿਆ ਥਾਲ, ਵਹੁਟੀ ਸੱਜੇ ਨਨਾਣਾ ਨਾਲ।
ਕੁੜੀ ਦੇ ਵਿਆਹ ਵੇਲੇ ਪਰਿਵਾਰ ਵਿੱਚ ਕੀ ਕੀ ਕੀਤਾ ਜਾਂਦਾ ਹੈ, ਪਾਠ ਦੇ ਆਧਾਰ 'ਤੇ ਦੱਸੋ। ਜਦੋਂ ਕੁੜੀ ਵਿਆਹਣੀ ਜੋਗੀ ਹੋ ਜਾਂਦੀ ਹੈ ਤੇ ਘਰ ਵਿੱਚ ਸ਼ਗਨਾਂ ਦੇ ਕਾਰਜ ਆਰੰਭ ਹੋ ਜਾਂਦੇ ਹਨ। ਸਾਰੇ ਸਾਕ ਸੰਬੰਧੀ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ ਤੇ ਸੁਹਾਗ ਗਾਏ ਜਾਂਦੇ ਹਨ, ਜਿਵੇਂ ਬਾਬਲ ਮੇਰਾ ਇੱਕ ਕਹਿਣਾ ਕੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ, ਜਾਈਏ ਲੈ ਆਂਦਾ ਵਰ ਟੋਲ ਕੇ, ਜੋ ਰੰਗ ਕਸੁਬੜਾ ਕੋਲ ਕੇ। ਇਸ ਤੋਂ ਬਾਅਦ ਕੁੜੀ ਦੀ ਡੋਲੀ ਤੋਰਨ ਵੇਲੇ ਮਾਹੌਲ ਕਰੁਣਾਮਈ ਹੋ ਜਾਂਦਾ ਹੈ ਤੇ ਕੁੜੀ ਵਾਸਤੇ ਆਪਣੇ ਮਾਂ-ਬਾਪ, ਭੈਣ ਭਰਾਵਾਂ ਤੇ ਸਹੇਲੀਆਂ ਤੋਂ ਵਿਛੜਨਾ ਮੁਸ਼ਕਿਲ ਹੋ ਜਾਂਦਾ ਹੈ। ਆਪਣੇ ਗੀਤਾਂ ਵਿੱਚ ਕੁੜੀ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਸਾਡਾ ਤਾਂ ਚਿੜੀਆਂ ਦਾ ਚੰਬਾ ਹੈ, ਪਤਾ ਨਹੀਂ ਅਸੀਂ ਕਿਹੜੇ ਦੇਸ਼ ਜਾਣਾ ਹੈ। ਇਸ ਤਰ੍ਹਾਂ ਅੱਗੇ ਆ ਗਿਆ ਸਹੀ ਗਲਤ। ਲੋਕ ਗੀਤ ਕਵੀਆਂ ਦੁਆਰਾ ਲਿਖੇ ਜਾਂਦੇ ਹਨ, ਗਲਤ। ਕੁੜੀਆਂ ਦੇ ਵਿਆਹ ਉੱਪਰ ਸੁਹਾਗ ਗਾਏ ਜਾਂਦੇ ਹਨ, ਠੀਕ। ਪੰਜਾਬ ਦੇ ਲੋਕ ਗੀਤ ਦੱਖਣੀ ਭਾਰਤੀ ਸੱਭਿਆਚਾਰ ਦੀ ਤਸਵੀਰ ਹੈ, ਗਲਤ। ਕੋਰੜਾ ਛਪਾਕੀ ਇੱਕ ਲੋਕ ਗੀਤ ਹੈ, ਗਲਤ। ਗੀਤ ਦਾ ਅਸਲੀ ਫੈਸਲਾ ਨੱਚਣ ਨਾਲ ਹੁੰਦਾ ਹੈ, ਗਲਤ। ਲੋਕ ਗੀਤ ਡੈਸ਼ ਦਾ ਹੀ ਪ੍ਰਕਾਸ਼ ਹਨ, ਲੋਕ ਸੱਭਿਆਚਾਰ। ਮਾਂ ਬੱਚੇ ਨੂੰ ਡੈਸ਼ ਗਾ ਕੇ ਸੌਂਦੀ ਹੈ, ਲੋਰੀ। ਮੁੰਡੇ ਦੇ ਵਿਆਹ ਉੱਤੇ ਡੈਸ਼ ਗਾਈਆਂ ਜਾਂਦੀਆਂ ਹਨ, ਘੋੜੀਆਂ। ਸੱਸ ਦੀਆਂ ਡੈਸ਼ ਕੁੜੀ ਨੂੰ ਬਹੁਤ ਚੁੱਭਦੀਆਂ ਹਨ, ਸਖਤੀਆਂ। ਡੈਸ਼ ਦਾ ਵੇਲਾ ਕੁੜੀ ਲਈ ਔਖਾ ਹੋ ਜਾਂਦਾ ਹੈ, ਵਿਛੋੜੇ। ਅੱਗੇ ਹੈਗਾ ਸ਼ਬਦ ਸ਼ੁੱਧ ਕਰਕੇ ਲਿਖੋ। ਗ੍ਰਹਿਸਤੀ, ਗ੍ਰਹਿਸਤੀ ਨੂੰ ਲਿਖਣਾ ਹੈ ਗੱਗੇ ਦੇ ਪੈਰ 'ਚ ਰਾਰਾ, ਹਾਹੇ ਸਿਆਰੀ ਸੱਸਾ ਥੱਥੇ ਨੂੰ ਬਿਹਾਰੀ ਸੀ। ਸਰਿੰਜਣਾ, ਸੱਸੇ ਸਿਆਰੀ ਰਾਰਾ, ਜੱਜਾ ਨਾਣੇ ਨੂੰ ਕੰਨਾ ਨਾ। ਪੀਂਗ, ਗੱਗੇ ਦੀ ਜਗ੍ਹਾ 'ਤੇ ਘੱਗਾ। ਸ਼ਿੰਗਾਰ, ਸ਼ਸ਼ੇ ਸਿਆਰੀ ਉੱਪਰ ਟਿੱਪੀ, ਗੱਗਾ ਗੱਗੇ ਨੂੰ ਕੰਨਾ ਰਾਰਾ। ਗਿੱਧਾ, ਦੱਦੇ ਦੀ ਜਗ੍ਹਾ 'ਤੇ ਦੱਦਾ। ਸਮਾਨਾਰਥਕ ਸ਼ਬਦ ਹੈ ਸੱਭਿਆਚਾਰ, ਜੀਵਨ, ਚਾਚ। ਸਿਰਜਣਾ, ਉਸਾਰਨਾ ਜਾਂ ਵਿਉਂਤਣਾ। ਖਿੱਤਾ, ਖੇਤਰ ਜਾਂ ਇਲਾਕਾ। ਗ੍ਰਹਿਸਤੀ, ਦੰਪਤੀ। ਵਿਛੋੜਾ, ਜੁਦਾਈ। ਅੱਗੇ ਬੱਚੇ ਵਾਕ ਬਣਾਓ, ਉਹ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਵਾਕ ਬਣਾ ਸਕਦੇ ਹੋ। ਧੰਨਵਾਦ।